ਜਿਹੜੀ ਗੱਲ ਰੱਖੀ ਸਰਕਾਰ ਕੋਲੇ ਸਭ ਤੋਂ ਪਹਿਲਾਂ ਕਿ ਜੇ ਜਿਹੜਾ ਤੁਸੀਂ ਤੁਹਾਨੂੰ ਮੰਗ ਪੱਤਰ ਦੇ ਕੇ ਗਏ ਆ ਪਿਛਲੀਆਂ ਮੀਟਿੰਗਾਂ 'ਚ ਤੁਸੀਂ ਉਹਦੇ ਤੇ ਸਾਨੂੰ ਦੱਸੋ ਤੁਹਾਡਾ ਕੀ ਪ੍ਰਤੀਕਰਮ ਹੈ, ਤੁਸੀਂ ਉਹਦੇ ਕੀ ਕੀਤਾ ਹੈ। ਔਰ ਉਹਦੇ ਤੇ ਸਮਝ ਲਓ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਰਹੀ, ਸਰਕਾਰ ਨੂੰ ਕੋਈ ਜਵਾਬ ਨਹੀਂ ਸੀ ਉਹਦਾ। ਔਰ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਸੀ ਕਿ ਜਿਹੜੀ ਸਰਕਾਰ ਹੁਣ ਤੱਕ ਹਰ ਵਾਰ ਇਹ ਗੱਲ ਕਹਿੰਦੀ ਰਹੀ ਹੈ ਨਾ ਕਿ ਆਓ ਤੁਹਾਨੂੰ ਅਸੀਂ ਸਮਝਾਈਏ ਵੀ ਕਾਨੂੰਨ ਬੜੇ ਚੰਗੇ ਨੇ, ਤਾਂ ਅੱਜ ਸਰਕਾਰ ਇਹ ਕਹਿਣ ਲੱਗ ਗਈ ਕਿ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਕਿਵੇਂ ਕਹਿੰਦੇ ਹੋ ਵੀ ਸਰਕਾਰ ਕਾਨੂੰਨ ਬਹੁਤ ਮਾੜੇ ਨੇ। ਤਾਂ ਫਿਰ ਇਹਦਾ ਮਤਲਬ ਇਹ ਆ ਵੀ ਸਰਕਾਰ ਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ ਕਿ ਕਾਨੂੰਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਮਾੜਾ ਹੈਗਾ। ਫਿਰ ਅਸੀਂ ਉਹਨਾਂ ਨੂੰ ਇਹ ਪੁੱਛਿਆ ਵੀ ਇੱਕ ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਤੁਸੀਂ ਕਿਹਾ ਵੀ ਜਦੋਂ ਕਿਸੇ ਖਰੀਦਦਾਰ ਦਾ ਸਾਡੀ ਫਸਲ ਖਰੀਦਣ ਵਾਲੇ ਦਾ ਤੇ ਕਿਸਾਨ ਦਾ ਕੋਈ ਡਿਸਪਿਊਟ ਹੁੰਦਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤਾਂ ਕਿਸਾਨ ਕੋਰਟ ਨਹੀਂ ਜਾ ਸਕੇਗਾ। ਇਹ ਪੱਖ ਦੱਸੋ ਤੁਸੀਂ, ਇਹਦਾ ਕਾਨੂੰਨ ਦਾ ਕੀ ਕਹਿੰਦਾ ਹੈ। ਤਾਂ ਫਿਰ ਇੱਥੇ ਜਾ ਕੇ ਆ ਕੇ ਯਾਨੀ ਮਤਲਬ ਸਰਕਾਰ ਲਾਜਵਾਬ ਸੀ, ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ। ਕਮੇਟੀ ਦੀ ਗੱਲ ਚੱਲੀ ਸੀ ਕਿ ਕਮੇਟੀਆਂ ਬਣਾਉਣੀਆਂ ਨੇ, ਉਹ ਕਮੇਟੀ ਦੀ ਗੱਲ ਕੀ ਸੀ? ਦੇਖੋ ਸਰਕਾਰ ਦੀ ਕੋਸ਼ਿਸ਼ ਇਹ ਸੀਗੀ ਕਿ ਕਮੇਟੀਆਂ ਦਾ ਨਾਂ ਲੈ ਕੇ ਕਮੇਟੀ ਦਾ ਬਹਾਨਾ ਲੈ ਕੇ ਇਸ ਅੰਦੋਲਨ ਨੂੰ ਠੰਡੇ ਵਾਸਤੇ 'ਚ ਪਾਉਣਾ, ਅੰਦੋਲਨ ਨੂੰ ਖੇਰੂ ਕਰਨਾ। ਤਾਂ ਅਸੀਂ ਅੱਜ ਹੀ ਮੀਟਿੰਗ 'ਚ ਕਹੇ ਆਏ ਉਹਨਾਂ ਨੂੰ ਕਿ ਜੇ ਤੁਸੀਂ ਸੋਚੋ ਕਿ ਵੀ ਇਹਨਾਂ ਦਾ ਦੌਰ ਗੱਲਬਾਤ ਦਾ ਦੌਰ ਚਲਾ ਕੇ ਧਰਨਾ ਚੁਕਾ ਦਈਏ ਤਾਂ ਬਿਲਕੁਲ ਨਹੀਂ ਚੱਕਿਆ ਜਾਣਾ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਤੁਹਾਨੂੰ ਦੱਸ ਦਈਏ ਕਿ ਅੱਜ ਮੀਟਿੰਗ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕੇਂਦਰ ਸਰਕਾਰ ਨਾਲ ਚੱਲੀ। ਮੀਟਿੰਗ ਵਿੱਚ ਕੀ ਹੋਇਆ, ਕੀ ਗੱਲਬਾਤ ਹੋਈ, ਸੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ, ਉਹਨਾਂ ਨਾਲ ਕਰਾਂਗੇ ਗੱਲਬਾਤ। ਡੱਲੇ ਸਾਹਿਬ, ਅੱਜ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ? ਦੇਖੋ ਸਰਕਾਰ ਦੇ ਨਾਲ ਜਿਹੜੀ ਸਾਡੀ ਅੱਜ ਗੱਲਬਾਤ ਹੋਈ ਹੈ, ਇਸ ਗੱਲਬਾਤ ਦੇ ਵਿੱਚ ਸਰਕਾਰ ਦਾ ਅਸੀਂ ਜਿਹੜੀ ਗੱਲ ਰੱਖੀ ਸਰਕਾਰ ਕੋਲੇ ਸਭ ਤੋਂ ਪਹਿਲਾਂ ਕਿ ਜੇ ਜਿਹੜਾ ਤੁਸੀਂ ਤੁਹਾਨੂੰ ਮੰਗ ਪੱਤਰ ਦੇ ਕੇ ਗਏ ਆ ਪਿਛਲੀਆਂ ਮੀਟਿੰਗਾਂ 'ਚ ਤੁਸੀਂ ਉਹਦੇ ਤੇ ਸਾਨੂੰ ਦੱਸੋ ਤੁਹਾਡਾ ਕੀ ਪ੍ਰਤੀਕਰਮ ਹੈ, ਤੁਸੀਂ ਉਹਦੇ ਕੀ ਕੀਤਾ ਹੈ। ਔਰ ਉਹਦੇ ਤੇ ਸਮਝ ਲਓ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਰਹੀ, ਸਰਕਾਰ ਨੂੰ ਕੋਈ ਜਵਾਬ ਨਹੀਂ ਸੀ ਉਹਦਾ, ਚੁੱਪਚਾਪ ਬੈਠੀ ਰਹੀ, ਕੋਈ ਨਾ ਹਾਂ ਨਾ ਕੋਈ ਜਵਾਬ ਨਹੀਂ ਦੇ ਸਕੇ। ਡੱਲੇਵਾਲ ਸਾਹਿਬ, ਕਿਹੜੇ ਮੰਤਰੀ ਪਹੁੰਚੇ ਸੀ ਅੱਜ ਦੀ ਮੀਟਿੰਗ ਦੇ ਵਿੱਚ? ਪੀਯੂਸ਼ ਗੋਇਲ ਸੀਗਾ ਸਾਡਾ ਰੇਲ ਮੰਤਰੀ, ਨਾਲ ਉਹਨਾਂ ਦੇ ਸੀਗੇ ਨਰਿੰਦਰ ਸਿੰਘ ਤੋਮਰ ਐਗਰੀਕਲਚਰ ਮਿਨਿਸਟਰ, ਔਰ ਨਾਲ ਉਹਨਾਂ ਦੇ ਉਹ ਜਿਹੜੇ ਸਾਡੇ ਪੰਜਾਬ ਵਾਲੇ ਹੈਗੇ ਆ ਸੋਮ ਪ੍ਰਕਾਸ਼ ਜੀ, ਉਹ ਵੀ ਸੀਗੇ, ਔਰ ਨਾਲ ਉਹਨਾਂ ਦਾ ਮਤਲਬ ਅਮਲਾ ਫੈਲਾ ਹੋਰ ਸਾਰਾ ਸੀਗਾ ਬੈਠਾ। ਔਰ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਸੀ ਕਿ ਜਿਹੜੀ ਸਰਕਾਰ ਹੁਣ ਤੱਕ ਹਰ ਵਾਰ ਇਹ ਗੱਲ ਕਹਿੰਦੀ ਰਹੀ ਹੈ ਨਾ ਕਿ ਆਓ ਤੁਹਾਨੂੰ ਅਸੀਂ ਸਮਝਾਈਏ ਵੀ ਕਾਨੂੰਨ ਬੜੇ ਚੰਗੇ ਨੇ, ਤਾਂ ਅੱਜ ਸਰਕਾਰ ਇਹ ਕਹਿਣ ਲੱਗ ਗਈ ਕਿ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਕਿਵੇਂ ਕਹਿੰਦੇ ਹੋ ਵੀ ਸਰਕਾਰ ਕਾਨੂੰਨ ਬਹੁਤ ਮਾੜੇ ਨੇ। ਤਾਂ ਫਿਰ ਇਹਦਾ ਮਤਲਬ ਇਹ ਆ ਵੀ ਸਰਕਾਰ ਨੇ ਇਸ ਗੱਲ ਨੂੰ ਐਕਸੈਪਟ ਕਰ ਲਿਆ ਕਿ ਕਾਨੂੰਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਮਾੜਾ ਹੈਗਾ। ਤੁਹਾਡੇ ਤੋਂ ਡੱਲੇਵਾਲ ਸਾਹਿਬ ਪੁੱਛਿਆ ਗਿਆ ਇਹ ਗੱਲਬਾਤ? ਹਾਂ, ਫਿਰ ਤੁਸੀਂ ਦੱਸੀ? ਅਸੀਂ ਗੱਲਾਂ ਦੱਸੀਆਂ। ਅਸੀਂ ਜਿਹੜਾ ਇਹਨਾਂ ਦਾ ਸੈਕਟਰੀ ਹੈ ਐਗਰੀਕਲਚਰ ਦਾ, ਉਹਨੂੰ ਅਸੀਂ ਜਦੋਂ ਦੱਸਿਆ ਕਿ ਇਹਦੇ ਵਿੱਚ ਇੱਕ ਬਹੁਤ ਵੱਡਾ ਕਾਨੂੰਨ ਦੇ ਵਿੱਚ ਨੁਕਤਾ ਲਿਖਿਆ ਤੁਸੀਂ ਕਿ ਜਿਹੜੇ ਪ੍ਰਾਈਵੇਟ ਪਲੇਅਰ ਆਉਣਗੇ, ਵਪਾਰੀ ਆਉਣਗੇ, ਉਹਨਾਂ ਨੂੰ ਮਾਰਕੀਟ ਕਮੇਟੀ ਦੇ ਕਾਨੂੰਨਾਂ ਤੋਂ ਬਾਹਰ ਰੱਖਿਆ ਜਾਊਗਾ, ਮਾਰਕੀਟ ਕਮੇਟੀ ਦਾ ਕੋਈ ਕਾਨੂੰਨ ਉਹਨਾਂ 'ਤੇ ਲਾਗੂ ਨਹੀਂ ਹੋਏਗਾ। ਤਾਂ ਇਹ ਕਿਉਂ ਰੱਖਿਆ ਗਿਆ, ਕਿਉਂ, ਇਹਦਾ ਕਾਰਨ ਕੀ ਹੈ? ਤਾਂ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਫਿਰ ਅਸੀਂ ਉਹਨਾਂ ਨੂੰ ਇਹ ਪੁੱਛਿਆ ਵੀ ਇੱਕ ਤੁਸੀਂ ਸਾਨੂੰ ਇਹ ਗੱਲ ਦੱਸੋ ਕਿ ਤੁਸੀਂ ਕਿਹਾ ਵੀ ਜਦੋਂ ਕਿਸੇ ਖਰੀਦਦਾਰ ਦਾ ਸਾਡੀ ਫਸਲ ਖਰੀਦਣ ਵਾਲੇ ਦਾ ਤੇ ਕਿਸਾਨ ਦਾ ਕੋਈ ਡਿਸਪਿਊਟ ਹੁੰਦਾ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤਾਂ ਕਿਸਾਨ ਕੋਰਟ ਨਹੀਂ ਜਾ ਸਕੇਗਾ। ਇਹ ਪੱਖ ਦੱਸੋ ਤੁਸੀਂ, ਇਹਦਾ ਕਾਨੂੰਨ ਦਾ ਕੀ ਕਹਿੰਦਾ ਹੈ। ਤਾਂ ਫਿਰ ਇੱਥੇ ਜਾ ਕੇ ਆ ਕੇ ਯਾਨੀ ਮਤਲਬ ਸਰਕਾਰ ਲਾਜਵਾਬ ਸੀ, ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ। ਅਖੀਰ ਸਰਕਾਰ ਨੇ ਸਾਨੂੰ ਇਹ ਗੱਲ ਕਹੀ ਵੀ ਤੁਸੀਂ ਸਾਨੂੰ ਦੱਸੋ ਜਿਹੜੇ ਵੀ ਇਹਦੇ ਵਿੱਚ ਤੁਹਾਨੂੰ ਨੁਕਸ ਲੱਗਦੇ ਆ ਉਹਨਾਂ ਦੇ ਉੱਤੇ ਆਪਾਂ ਬਹਿਸ ਕਰਾਂਗੇ, ਡਿਸਕਸ ਕਰ ਲਾਂਗੇ, ਅਸੀਂ ਤੁਹਾਨੂੰ ਦੱਸਾਂਗੇ। ਤਾਂ ਇਸ ਗੱਲ ਨੂੰ ਲੈ ਕੇ ਹੁਣ ਸਾਡੀ ਗੱਲਬਾਤ ਇਹ ਹੈ ਕਿ ਕੱਲ੍ਹ ਨੂੰ ਅਸੀਂ ਸਾਰੇ ਕਮੈਂਟਸ ਜਿਹੜੇ ਆ ਇਹ ਜਿਹੜੇ ਉਹ ਨੋਟ ਕਰਾਂਗੇ ਔਰ ਸਾਰੇ ਦੇ ਸਾਰੇ ਉਹਨਾਂ ਨੂੰ ਸਰਕਾਰ ਕੋਲ ਅਸੀਂ ਪਹੁੰਚਦੇ ਕਰਾਂਗੇ ਵੀ ਆਹ ਲੈ ਲਓ। ਔਰ ਉਸ ਤੋਂ ਬਾਅਦ ਪਰਸੋਂ ਸਾਡੀ ਫੇਰ ਮੀਟਿੰਗ ਰੱਖੀ ਹੈ ਸਰਕਾਰ ਨੇ। ਪਰਸੋਂ ਵਾਲੀ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਦੇ ਉੱਤੇ ਸਾਡੀ ਬਹਿਸ ਹੋਣੀ ਹੈ, ਸਰਕਾਰ ਨੂੰ ਦੱਸਣਾ ਵੀ ਕਿਵੇਂ ਗਲਤ ਨੇ ਕਿਵੇਂ ਮਾੜੇ ਨੇ। ਡੱਲੇਵਾਲ ਸੀ, ਇੱਕ ਕਮੇਟੀ ਦੀ ਗੱਲ ਚੱਲੀ ਸੀ ਕਿ ਕਮੇਟੀਆਂ ਬਣਾਉਣੀਆਂ ਨੇ, ਉਹ ਕਮੇਟੀ ਦੀ ਗੱਲ ਕੀ ਸੀ?
ਦੇਖੋ ਸਰਕਾਰ ਦੀ ਕੋਸ਼ਿਸ਼ ਇਹ ਸੀਗੀ ਕਿ ਕਮੇਟੀਆਂ ਦਾ ਨਾਂ ਲੈ ਕੇ ਕਮੇਟੀ ਦਾ ਬਹਾਨਾ ਲੈ ਕੇ ਇਸ ਅੰਦੋਲਨ ਨੂੰ ਠੰਡੇ ਵਾਸਤੇ 'ਚ ਪਾਉਣਾ, ਅੰਦੋਲਨ ਨੂੰ ਖੇਰੂ ਕਰਨਾ। ਕਿਉਂਕਿ ਹਮੇਸ਼ਾ ਇਹ ਹੁੰਦਾ ਹੈ ਕਿ ਕਮੇਟੀਆਂ ਬਣਾ ਦਿਓ, ਅੰਦੋਲਨ ਉੱਠ ਖੜੇਗਾ, ਕੇਰਾਂ ਲੋਕ ਚਲੇ ਜਾਣਗੇ ਤਾਂ ਮੁੜ ਕੇ ਦੁਬਾਰਾ ਅੰਦੋਲਨ ਹੋ ਸਕਦਾ ਕਾਮਯਾਬ ਨਾ ਹੋ ਪਾਵੇ, ਹੋ ਸਕਦਾ ਸਾਨੂੰ ਕੁਝ ਮਤਲਬ ਕਰਨਾ ਹੀ ਨਾ ਪਵੇ। ਕਮੇਟੀਆਂ ਦਾ ਇੱਕ ਇਹੋ ਜਿਹਾ ਤਰੀਕਾ ਹੁੰਦਾ, ਕਮੇਟੀਆਂ ਇੱਕ ਅੰਦੋਲਨਾਂ ਨੂੰ ਮਤਲਬ ਸਟਿਕ ਸੀਗੇ ਕਿ ਅਸੀਂ ਕੋਈ ਕਮੇਟੀ ਬਣਾਉਣ ਦੇ ਹੱਕ 'ਚ ਨਹੀਂ। ਤਾਂ ਫਿਰ ਸਰਕਾਰ ਸਾਨੂੰ ਇਹ ਕਹਿੰਦੀ ਸੀ ਵੀ ਫਿਰ ਗੱਲਬਾਤ ਕਿਵੇਂ ਚੱਲੇ, ਸਾਡੇ ਨਾਲ ਵਿਚਾਰ ਵਟਾਂਦਰਾ ਕਿਵੇਂ ਹੋਵੇ। ਤਾਂ ਉਹਦੇ 'ਤੇ ਅਸੀਂ ਇਹ ਗੱਲ ਰੱਖੀ ਸੀ ਵੀ ਤੁਸੀਂ ਇਹਨੂੰ ਰੈਗੂਲਰ, ਸਾਡਾ ਧਰਨਾ ਚੱਲ ਰਿਹਾ ਹੈ, ਧਰਨਾ ਸਾਡਾ ਚੱਲੂਗਾ, ਤੁਸੀਂ ਸਾਡੇ ਨਾਲ ਬੈਠੋ, ਆਓ ਅੱਜ ਬੈਠੇ ਆ, ਕੱਲ੍ਹ ਨੂੰ ਬੈਠੋ, ਪਰਸੋਂ ਬੈਠੋ, ਲਗਾਤਾਰ ਬੈਠੋ, 5 ਦਿਨ ਬੈਠੋ, 7 ਦਿਨ ਬੈਠੋ, 10 ਦਿਨ ਬੈਠੋ, ਲਗਾਤਾਰ ਕਾਨੂੰਨਾਂ ਦੇ ਉੱਤੇ ਬਹਿਸ ਕਰ ਲਾਂਗੇ। ਅਸੀਂ 2-4 ਦਿਨਾਂ ਦੇ ਵਿੱਚ ਹੀ 3-4 ਦਿਨਾਂ 'ਚ ਸਾਰਾ ਕਾਨੂੰਨਾਂ ਦਾ ਤੁਹਾਨੂੰ ਵੇਰਵਾ ਜਿਹੜਾ ਤੁਹਾਡੇ ਸਾਹਮਣੇ ਰੱਖ ਦਿਆਂਗੇ। ਤਾਂ ਜਿੰਨਾ ਚਿਰ ਇਹ ਕਾਨੂੰਨ ਖਤਮ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਅੰਦੋਲਨ ਜਾਰੀ ਰਹੂਗਾ। ਇਸ ਗੱਲ ਦੇ ਉੱਤੇ ਸਰਕਾਰ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਸਾਨੂੰ ਲਿਖ ਕੇ ਦਿਓ ਤੇ ਪਰਸੋਂ ਸਾਡੀ ਮਤਲਬ ਦੁਬਾਰਾ ਮਤਲਬ ਇਹ ਗੱਲਬਾਤ ਵਿਚਾਰ ਚਰਚਾ ਸ਼ੁਰੂ ਹੋਗੀ, ਹੋ ਸਕਦਾ ਰੈਗੂਲਰ ਚੱਲੇ। ਜਾਨੀ ਕਿ ਤੁਹਾਨੂੰ ਕਹਿ ਦਿੱਤਾ ਕਿ ਪਰਸੋਂ ਨੂੰ ਤੁਹਾਡੀ ਗੱਲਬਾਤ ਸੁਣੀ ਜਾਊਗੀ ਪੂਰੀ, ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ, ਗੱਲਬਾਤ ਹੀ ਸੁਣੀ ਜਾਊ ਪਰਸੋਂ ਨੂੰ। ਕੀ ਲੱਗਦਾ ਤੁਹਾਨੂੰ? ਦੇਖੋ ਜਿਹੜੀ ਗੱਲਬਾਤ ਹੁੰਦੀ ਹੈ ਨਾ, ਮੈਂ ਸਮਝਦਾ ਕਾਨੂੰਨ ਇਹ ਖਤਮ ਕਰਨੇ ਬਣਦੇ ਆ, ਪਰ ਸਰਕਾਰ ਅਗਰ ਅਸੀਂ ਇਹਦਾ ਉਹਨਾਂ ਨੂੰ ਕਨਵਿੰਸ ਨਹੀਂ ਕਰਾ ਸਕਦੇ ਤਾਂ ਸਰਕਾਰ ਕੋਲੇ ਇੱਕ ਬਹਾਨਾ ਹੈ ਕਿ ਕਿਸਾਨਾਂ ਕੋਲੇ ਕੋਈ ਕਨਵਿੰਸ ਤਾਂ ਕਰਵਾ ਨਹੀਂ ਸਕਦੇ, ਕੋਈ ਤਸੱਲੀ ਬਖਸ਼ ਜਵਾਬ ਤਾਂ ਹੈ ਨਹੀਂ, ਤੇ ਐਵੇਂ ਲੋਕਾਂ ਦੇ ਚੱਕੇ ਚਕਾਏ ਕਹਿ ਰਹੇ ਨੇ ਕਾਨੂੰਨ ਮਾੜੇ ਆ। ਇਸ ਕਰਕੇ ਅਸੀਂ ਇਹਨਾਂ ਦੇ ਸੱਦੇ ਨੂੰ ਕਬੂਲਿਆ ਔਰ ਇਹਨਾਂ ਦੀ ਇੱਕ ਗੱਲ ਦਾ ਜਵਾਬ ਦੇਵਾਂਗੇ ਔਰ ਉਹਨੂੰ ਰੱਖਾਂਗੇ, ਠੋਕ ਕੇ ਰੱਖਾਂਗੇ ਗੱਲ ਸਾਰੀ ਜਿਹੜੀ ਕਿਸਾਨਾਂ ਦੇ ਇਹਨਾਂ ਕਾਨੂੰਨਾਂ ਦੇ ਸੰਬੰਧ 'ਚ ਹੈ, ਔਰ ਸਰਕਾਰ ਨੂੰ ਲਾਜਵਾਬ ਕਰਕੇ ਆਵਾਂਗੇ। ਜੇ 3 ਦਸੰਬਰ ਨੂੰ ਵੀ ਮੰਤਰੀ ਕਹਿੰਦੇ ਨੇ ਕਿ ਆਪਾਂ ਚਲੋ ਕੋਈ ਗੱਲ ਨਹੀਂ ਕਮੇਟੀ ਬਣਾ ਲੈਂਦੇ, ਦੁਬਾਰਾ ਕਮੇਟੀ ਦੀ ਗੱਲ ਕਰਦੇ ਜਾਂ ਕੂ ਕਰਦੇ ਨੇ, ਤਾਂ ਕੀ ਕਰਨਗੀਆਂ ਜਥੇਬੰਦੀਆਂ? ਨਹੀਂ, ਕਮੇਟੀ ਦਾ ਤਾਂ ਮਤਲਬ ਹੀ ਨਹੀਂ, ਕਮੇਟੀ ਦੇ ਮੁੱਦੇ ਦੇ ਤਾਂ ਗੱਲ ਹੀ ਨਹੀਂ, ਉਹ ਤਾਂ ਅੱਜ ਹੀ ਨਿਬੜ ਗਿਆ ਕੰਮ ਕਿ ਕਮੇਟੀ ਨਹੀਂ ਬਣੇਗੀ। ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਬੈਠਣਗੀਆਂ ਗੱਲਬਾਤ ਦੇ ਵਿੱਚ, ਹਰ ਇੱਕ ਦੀ ਭਾਵਨਾ ਮਨ ਦੇ ਅੰਦਰ, ਹਰ ਇੱਕ ਸਮਝਦਾ ਕਾਨੂੰਨਾਂ ਨੂੰ, ਹਰ ਇੱਕ ਨੂੰ ਇਹ ਗੱਲ ਵੀ ਕਿਤੇ ਕੋਈ ਸਾਡੇ ਆਗੂ ਕਿਤੇ ਟਪਲਾ ਨਾ ਖਾ ਜਾਣ, ਕਿਤੇ ਕੋਈ ਮਾੜਾ ਮੋਟੀ ਵੀ ਤਿਲਕ ਨਾ ਜਾਣ, ਜਾਂ ਕੋਈ ਗੱਲ ਰੱਖਣ ਦੇ ਉਤੋਂ ਕਿ ਕੋਈ ਕਮਜ਼ੋਰੀ ਨਾ ਰਹਿ ਜੇ। ਇਸ ਕਰਕੇ ਸਾਰੇ ਇਸ ਗੱਲ ਦੇ ਉੱਤੇ ਤਤਪਰ ਹੈ ਤੇ ਇਸ ਗੱਲ ਦੇ ਉੱਤੇ ਯਤਨਸ਼ੀਲ ਹੈ ਕਿ ਸਾਡਾ ਕੇਸ ਹੈ ਜਿਹੜੀ ਸਾਡੀ ਗੱਲਬਾਤ ਹੈ, ਕਾਨੂੰਨਾਂ ਦੇ ਬਹਿਸ ਹੈ ਜਿਹੜੀ, ਉਹਨੂੰ ਅਸੀਂ ਠੋਕ ਕੇ ਰੱਖ ਸਕੀਏ, ਠੋਕ ਕੇ ਬਹਿਸ ਕਰ ਸਕੀਏ। ਇਸ ਕਰਕੇ ਗੱਲ ਹੈ। ਕੇਂਦਰੀ ਮੰਤਰੀਆਂ ਦਾ ਰਵੱਈਆ ਕਿਵੇਂ ਲੱਗਿਆ ਅੱਜ ਦਾ ਤੁਹਾਨੂੰ? ਦੇਖੋ ਅੱਜ ਦੇ ਰਵੱਈਏ ਦੇ ਵਿੱਚ ਬੜਾ ਕਲੀਅਰ ਲੱਗੀ ਗੱਲ ਸਾਨੂੰ ਕਿ ਕੇਂਦਰੀ ਮੰਤਰੀਆਂ ਦਾ ਕੋਈ ਰਵੱਈਆ ਮਾੜਾ ਨਹੀਂ ਸੀ, ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ, ਤਾਂ ਹੀ ਤਾਂ ਮਤਲਬ ਇਹ ਅੱਗੇ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ। ਹਾਂ, ਕੋਈ ਇਸ ਗੱਲ ਨਹੀਂ। ਤੁਹਾਡੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ, ਡੱਲੇਵਾਲ ਸਾਹਿਬ ਬਾਰਡਰ ਰੋਕੇ ਹੋਏ ਨੇ, ਬਾਰਡਰ ਐਵੇਂ ਹੀ ਰੋਕੀ ਰੱਖਣੇ ਨੇ ਤੁਸੀਂ? ਦੇਖੋ ਜਿੰਨਾ ਚਿਰ ਇਹ ਤਾਂ ਅਸੀਂ ਅੱਜ ਹੀ ਮੀਟਿੰਗ 'ਚ ਕਹੇ ਆਏ ਉਹਨਾਂ ਨੂੰ ਕਿ ਜੇ ਤੁਸੀਂ ਸੋਚੋ ਕਿ ਵੀ ਇਹਨਾਂ ਦਾ ਦੌਰ ਗੱਲਬਾਤ ਦਾ ਦੌਰ ਚਲਾ ਕੇ ਧਰਨਾ ਚੁਕਾ ਦਈਏ ਤਾਂ ਬਿਲਕੁਲ ਨਹੀਂ ਚੱਕਿਆ ਜਾਣਾ। ਅਸੀਂ ਉੱਥੇ ਬੈਠੇ ਆ, ਧਰਨਾ ਸਾਡਾ ਜਾਰੀ ਹੈ, ਤੁਹਾਡੇ ਨਾਲ ਰੋਜ਼ ਗੱਲਬਾਤ ਲਈ ਅਸੀਂ ਹਾਜ਼ਰ ਹਾਂ, ਜਦੋਂ ਮਰਜ਼ੀ ਸਾਡੇ ਨਾਲ ਗੱਲਬਾਤ ਕਰੋ, ਅਸੀਂ ਗੱਲਬਾਤ ਕਰਾਂਗੇ। ਤੇ ਬਾਕੀ ਜਥੇਬੰਦੀਆਂ ਨੇ, ਜੋ ਜਥੇਬੰਦੀਆਂ ਦੇ ਆਗੂ ਨੇ, ਇੱਕ ਸੁਰ 'ਚ ਬੋਲੇ, ਇੱਕ ਸੁਰ 'ਚ ਸਾਰਿਆਂ ਦੀ? ਬਿਲਕੁਲ ਇੱਕ ਸੁਰ ਦੇ ਵਿੱਚ ਅਸੀਂ ਆਪਦੇ ਬੁਲਾਰੇ ਸਿਲੈਕਟ ਕਰਦੇ ਹੁੰਦੇ ਆ। ਉਹ ਬੁਲਾਰੇ ਸਾਡੇ ਸਿਲੈਕਟਡ ਸੀਗੇ, ਉਹਨਾਂ ਨੇ ਗੱਲਬਾਤ ਬੜੇ ਵਧੀਆ ਢੰਗ ਨਾਲ ਰੱਖੀ ਹੈ, ਕਿਤੇ ਵੀ ਕਿਸੇ ਬੁਲਾਰੇ ਨੇ ਕੋਈ ਗੱਲ ਰੱਖਣ ਦੇ ਵਿੱਚ ਕਮੀ ਨਹੀਂ ਵਿਖਾਈ, ਬਹੁਤ ਠੀਕ ਢੰਗ ਨਾਲ ਗੱਲਬਾਤ ਹੋਈ। ਕਿੰਨੇ ਬੁਲਾਰਿਆਂ ਨੇ ਅੱਜ ਗੱਲਬਾਤ ਕੀਤੀ? ਉਹਦੇ ਵਿੱਚ ਕੀਤੀ ਲਗਭਗ 6-7 ਬੁਲਾਰੇ ਬੋਲੇ ਹੈ, ਜਿਵੇਂ ਸਾਡੇ ਰਾਸ਼ਟਰ ਲੈਵਲ ਦੇ ਸ਼ਿਵ ਕੁਮਾਰ ਕੱਕਾ ਜੀ ਸੀਗੇ, ਗੁਰਨਾਮ ਜੀ ਸੀਗੇ ਹਰਿਆਣੇ ਤੋਂ, ਹਨਨ ਮੋਲਾ ਜੀ ਸੀਗੇ ਆਪਣਾ ਬੰਗਾਲ ਤੋਂ, ਅਸੀਂ ਪੰਜਾਬ ਤੋਂ 4 ਬੰਦਿਆਂ ਨੇ 5 ਬੰਦਿਆਂ ਨੇ ਗੱਲਬਾਤ ਰੱਖੀ ਹੈ ਔਰ ਸਰਕਾਰ ਨੂੰ ਮਤਲਬ ਲਾਜਵਾਬ ਰਹੀ ਸਾਡੇ ਸਵਾਲਾਂ ਦੇ। ਯਾਨੀ ਕਿ ਵਧੀਆ ਤਰੀਕੇ ਨਾਲ ਗੱਲਬਾਤ ਹੋਈ ਸਾਰੀ? ਹਾਂ, ਗੱਲਬਾਤ ਸੁਖਾਵੇਂ ਮਾਹੌਲ 'ਚ ਹੋਈ ਹੈ, ਪੋਜ਼ਿਟਿਵ ਰਹੀ ਹੈ ਔਰ ਉਸੇ ਦੇ ਵਿੱਚੋਂ ਹੀ ਸਰਕਾਰ ਨੇ ਸਾਨੂੰ ਮਤਲਬ ਦੁਬਾਰਾ ਕਿਹਾ ਹੈ ਕਿ 3 ਤਰੀਕ ਨੂੰ ਫਿਰ ਮੀਟਿੰਗ ਕਰਾਂਗੇ ਔਰ ਉਸ ਮੀਟਿੰਗਾਂ ਦਾ ਦੌਰ ਹੈ ਜਿਹੜਾ ਇਹ ਮਤਲਬ ਹੋ ਸਕਦਾ ਰੈਗੂਲਰ ਚੱਲੇ, ਮੀਟਿੰਗ 2 ਦਿਨ ਚੱਲੇ, 3 ਦਿਨ ਚੱਲੇ, 4 ਦਿਨ ਚੱਲੇ, ਉਹਦੇ ਨਾਲ ਮਸਲੇ ਦਾ ਹੱਲ ਹੋਊਗਾ। ਡੱਲੇਵਾਲ ਸਾਹਿਬ, ਜੇ ਸਰਕਾਰ ਕਹਿੰਦੀ ਆ ਕਿ ਅਸੀਂ ਐਡਜਸਟਮੈਂਟ ਕਰ ਦਾਂਗੇ, ਅਸੀਂ ਪੁਆਇੰਟ ਨੇ ਵਿੱਚੋਂ ਆਹ ਪੁਆਇੰਟ ਸਹੀ ਕਰ ਦਿੰਦੇ, ਆਹ ਪੁਆਇੰਟ ਸਹੀ ਕਰ ਦਿੰਦੇ ਆ, ਕੀ ਤੁਸੀਂ ਉਸ ਗੱਲ ਤੇ ਮੰਨੋਗੇ? ਨਹੀਂ, ਦੇਖੋ ਮੈਂ ਸਮਝਦਾ ਹੈ ਜੇਕਰ ਇਉਂ ਦੱਸੋ ਮੈਨੂੰ ਵੀ ਇੱਕ ਸੇਬ ਗਲਿਆ ਹੋਵੇ ਤਾਂ ਜੇ ਆਪਾਂ ਉਹਨੂੰ ਇਹ ਕਹੀਏ ਵੀ ਗਲਿਆ ਪਾਰਟੇ ਦਾ ਲਾਹ ਦਈਏ ਤਾਂ ਸਾਰਾ ਹੀ ਗਲਿਆ ਹੈ, ਉਹਦੇ ਵਿੱਚੋਂ ਰਹਿ ਕੀ ਜਾਣਾ। ਇਹ ਉਹੀ ਹਾਲਾਤ ਇਸ ਕਾਨੂੰਨ ਦੀ ਹੈ
ਜੇ ਉਹਦੇ ਵਿੱਚੋਂ ਪੁਆਇੰਟ ਵੀ ਕੱਢਣਗੇ ਤੇ ਸਾਰਾ ਕਾਨੂੰਨ ਤਾਂ ਵੀ ਮਤਲਬ ਵਿੱਚੋਂ ਨਿਕਲ ਕੇ ਖਤਮ ਹੋ ਜਾਣਾ, ਖਾਰਜ ਹੋ ਜਾਣਾ। ਕਾਨੂੰਨ ਦਾ ਨਾਂ ਭਾਵੇਂ ਉਹ ਰਹਿ ਜੇ, ਕਾਨੂੰਨ ਦੇ ਵਿੱਚ ਕੁਝ ਨਹੀਂ ਰਹਿਣਾ। ਯਾਨੀ ਕਿ ਤੁਸੀਂ ਮੰਗ ਇਹੀ ਕਰਦੇ ਹੋ ਕਿ ਪੂਰੇ ਦੇ ਪੂਰੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ? ਰੱਦ ਹੋਣੇ ਚਾਹੀਦੇ, ਕਾਨੂੰਨ ਰੱਦ ਹੋਣੇ ਚਾਹੀਦੇ ਆ। ਇਹ ਕਾਨੂੰਨ ਬੜੇ ਖਤਰਨਾਕ ਕਾਨੂੰਨ ਨੇ। ਇਹ ਕੇਵਲ ਇਕੱਲੇ ਕਿਸਾਨ ਵਾਸਤੇ ਨਹੀਂ, ਇਹ ਆਮ ਵਰਗ ਨੂੰ ਵੀ ਮਤਲਬ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ ਤਿੰਨੇ ਕਾਨੂੰਨ। ਇਸ ਕਰਕੇ ਇਹ ਜਨਤਾ ਸਮਝ ਰਹੀ ਹੈ, ਤਾਂ ਹੀ ਸਾਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਇਹਦਾ ਸਮਰਥਨ ਮਿਲ ਰਿਹਾ ਹੈ ਔਰ ਇਹਦੇ ਵਿੱਚ ਅਸੀਂ ਮਤਲਬ ਸਫਲਤਾ ਹਾਸਲ ਕਰਾਂਗੇ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਆਪਣੀ ਮਨ ਕੀ ਬਾਤ 'ਚ ਵੀ ਵੈਸੇ ਵੀ ਗੱਲਬਾਤ ਜਦੋਂ ਕਰਦੇ ਨੇ, ਉਹ ਕਹਿੰਦੇ ਨੇ ਕਿ ਇਹ ਕਾਨੂੰਨ ਅਸੀਂ ਬਹੁਤ ਹੀ ਵਧੀਆ ਬਣਾਏ ਨੇ ਤੇ ਕਿਸਾਨਾਂ ਦੇ ਹੱਕ 'ਚ ਨੇ ਇਹ ਵੀ, ਕੋਈ ਇਹ ਗੁੰਮਰਾਹ ਕਰ ਰਹੇ ਨੇ ਕਿਸਾਨਾਂ ਨੂੰ, ਕੋਈ ਗੁੰਮਰਾਹ ਕਰ ਰਿਹਾ ਕਿਸਾਨਾਂ ਨੂੰ। ਦੇਖੋ, ਇਹ ਅੱਜ ਹੁਣ ਹੋਈਆਂ ਗੱਲਾਂ ਉੱਥੇ ਵੀ ਤੁਸੀਂ ਆਹ ਕਹਿ ਰਹੇ ਹੋ, ਉਹਨਾਂ ਨੇ ਪਰ ਸਾਡੇ ਕੋਲ ਇੱਕੋ ਕਹਿ ਕੇ ਖੜਾ ਛੜਾਇਆ ਵੀ ਇਹ ਕਾਨੂੰਨ ਸਾਡੇ ਬਣਾਏ ਆ, ਅਸੀਂ ਆਪਦੇ ਬਣਾਏ ਕਾਨੂੰਨ ਨੂੰ ਆਪਦੇ ਮੂੰਹੋਂ ਮਾੜਾ ਕਿਵੇਂ ਕਹਿ ਦਈਏ। ਇਹਦਾ ਮਤਲਬ ਇਸ ਗੱਲ ਦੇ ਉੱਤੇ ਵੀ ਉਹਨਾਂ ਨੇ ਮਹਿਸੂਸ ਕੀਤਾ ਵੀ ਕਾਨੂੰਨ ਆਪਦੇ ਬਣਾਏ ਨੂੰ ਆਪ ਹੀ ਮਾੜਾ ਕਿਵੇਂ ਕਹਿ ਦਈਏ। ਯਾਨੀ ਕਿ ਮੰਨੇ ਨੇ ਉਹ ਵੀ ਕਿਤੇ ਨਾ ਕਿਤੇ। ਤੁਹਾਨੂੰ ਕੀ ਲੱਗਦਾ ਵੀ ਹੁਣ ਜਿਵੇਂ ਮੀਟਿੰਗ ਆ, ਚਲੋ ਪ੍ਰਦਰਸ਼ਨ ਵੀ ਚੱਲ ਰਹੇ ਨੇ, ਵੀ ਸਰਕਾਰ ਪਿੱਛੇ ਹਟ ਰਹੀ ਆ? ਦੇਖੋ, ਜਿਸ ਮਾਤਰਾ ਦੇ ਵਿੱਚ, ਜਿਸ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਰਹੇ ਨੇ, ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਪਿੱਛੇ ਹਟਣਾ ਪਏਗਾ ਹੀ। ਸਰਕਾਰ ਬਹੁਤਾ ਚਿਰ ਮਤਲਬ ਸਟੈਂਡ ਕਰ ਨਹੀਂ ਸਕਦੀ, ਕਿਉਂਕਿ ਜਨ ਅੰਦੋਲਨ ਬਣਦਾ ਜਾ ਰਿਹਾ ਹੈ। ਸਾਨੂੰ ਸੁਪਰੀਮ ਕੋਰਟ ਤੋਂ ਵਕੀਲਾਂ ਦੀ ਹਮਾਇਤ ਮਿਲ ਗਈ, ਸਾਨੂੰ ਇੱਥੇ ਵੱਡੀ ਪੱਧਰ ਦੇ ਉੱਤੇ ਹੋਰ ਲੋਕਾਂ ਦੀ ਸਪੋਰਟ ਮਿਲ ਰਹੀ ਹੈ, ਟੈਕਸੀ ਵਾਲਿਆਂ ਦੀ ਸਪੋਰਟ ਮਿਲ ਰਹੀ ਹੈ, ਡਾਕਟਰਾਂ ਦੀ ਸਪੋਰਟ ਮਿਲ ਰਹੀ ਹੈ। ਦਿੱਲੀ ਤੋਂ ਸਾਡੀਆਂ ਬੀਬੀਆਂ ਸਾਡੇ ਇੱਥੇ ਲਿਆ ਕੇ ਇਹ ਸੋਚ ਕੇ ਵੀ ਕਿ ਉਹਨਾਂ ਨੂੰ ਐਂ ਲੱਗਿਆ ਕਿਤੇ ਵੀ ਖਵਣੀ ਬਾਪੂ ਸਾਡੇ ਭੁੱਖੇ ਬੈਠੇ ਹੋਣੇ ਆ, ਇੱਕ ਦਿਨ ਰਸ ਲਿਆਈਆਂ, ਬਿਸਕੁਟ ਲਿਆਈਆਂ, ਖਾਸੇ ਸਾਰੇ ਵੱਡੇ ਟੋਕਰੇ ਭਰ ਕੇ, ਯਾਨੀ ਉਹਨਾਂ ਨੂੰ ਵੀ ਸਾਡਾ ਨਾਲ ਦਰਦ ਆਇਆ। ਤਾਂ ਅਸੀਂ ਕਹਾਂਗੇ ਜਦੋਂ ਇਸ ਤਰ੍ਹਾਂ ਆਮ ਜਨਤਾ ਸਾਡਾ ਸਮਰਥਨ ਕਰਨ ਲੱਗ ਜੇ, ਜਿੱਤ ਅਵਸ਼ ਹੋਏਗੀ, ਹਰ ਹਾਲਤ ਜਿੱਤਾਂਗੇ ਆਪਾਂ। ਦੂਜੇ ਸੂਬਿਆਂ 'ਚ ਪੂਰੀ ਸਪੋਰਟ ਮਿਲ ਰਹੀ ਆ ਤੁਹਾਨੂੰ? ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਹੈ ਕਿ ਸ਼ਿਵ ਕੁਮਾਰ ਕੱਕਾ ਜੀ ਮੱਧ ਪ੍ਰਦੇਸ਼ ਤੋਂ ਨੇ, ਹਨਨ ਮੋਹਲਾ ਜੀ ਇਹ ਸਾਡੇ ਆਪਣਾ ਪੱਛਮੀ ਬੰਗਾਲ ਤੋਂ ਨੇ, ਗੁਰਨਾਮ ਜੀ ਤਾਂ ਪਤਾ ਹੀ ਹੈ ਤੁਹਾਨੂੰ ਵੀ ਹਰਿਆਣੇ ਤੋਂ ਨੇ। ਅਸੀਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਸੀ ਔਰ ਇਦੋਂ ਵੀ ਗਾਹਾਂ ਕਰਨਾਟਕਾ, ਮੱਧ ਪ੍ਰਦੇਸ਼ ਤੋਂ ਅੱਗੇ ਜਾ ਕੇ ਗੁਜਰਾਤ, ਬਿਹਾਰ, ਸਾਰੀਆਂ ਸਟੇਟਾਂ ਤੋਂ ਪੂਰਾ ਕੇਰਲਾ ਤੱਕ। ਅੱਜ ਸਾਡੇ ਨਾਲ ਕੇਰਲਾ ਦੇ ਵੀ ਕਿਸਾਨ ਇੱਥੇ ਫਿਰਦੇ ਨੇ, ਅੱਜ ਸਾਡੇ ਵਿੱਚ ਕਰਨਾਟਕਾ ਦੇ ਵੀ ਕਿਸਾਨ ਫਿਰਦੇ ਨੇ, ਅੱਜ ਸਾਡੇ ਵਿੱਚ ਮਹਾਰਾਸ਼ਟਰ ਦੇ ਵੀ ਕਿਸਾਨ ਫਿਰਦੇ ਨੇ ਔਰ ਇਹ ਕਿਸਾਨ ਸਾਰਾ ਮਤਲਬ ਸੰਯੋਗ ਤਗੜੇ ਹੋ ਕੇ ਦੇ ਰਹੇ ਨੇ ਔਰ ਅਸੀਂ ਮਤਲਬ ਅਵਸ਼ ਜਿੱਤਾਂਗੇ ਇਸ ਨਾਲ। ਯਾਨੀ ਕਿ 3 ਦਸੰਬਰ ਨੂੰ ਤੁਸੀਂ ਆਪਣਾ ਬਾਇਓਡਾਟਾ ਤਿਆਰ ਕਰਕੇ ਲੈ ਕੇ ਜਾਵੋਗੇ ਕਿ ਕਿਵੇਂ ਉੱਥੇ ਪੇਸ਼ ਕਰਨਾ ਸਰਕਾਰ ਨੂੰ, ਉਹ ਤੁਸੀਂ ਕੱਲ ਕਰੋਗੇ ਜਾਂ 2 ਦਸੰਬਰ ਨੂੰ ਕਰੋਗੇ? ਬਿਲਕੁਲ ਕੱਲ ਨੂੰ ਤਿਆਰ ਕਰਕੇ ਦੇ ਦਿਆਂਗੇ ਅਸੀਂ ਉਹਨਾਂ ਨੂੰ। ਜੀ। ਸੋ ਇਹ ਸਨ ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਟੱਲੇਵਾਲ, ਜਿਨ੍ਹਾਂ ਨੇ ਕਿਹਾ ਕਿ ਗੱਲਬਾਤ ਹੋਈ, ਸਾਰਥਕ ਹੋਈ ਤੇ ਸਰਕਾਰ ਨੇ ਕਿਹਾ ਕਿ ਆਪਣੀਆਂ ਗਤੀਵਿਧੀਆਂ ਤੁਸੀਂ ਦੱਸੋ, ਅਸੀਂ ਉਹ ਸੁਣਾਂਗੇ ਤੇ 3 ਦਸੰਬਰ ਦੀ ਮੀਟਿੰਗ ਨੂੰ ਦੁਬਾਰਾ ਗੱਲਬਾਤ ਕੀਤੀ ਜਾਊਗੀ। ਉਸ ਦਿਨ ਅਸੀਂ ਆਪਣੀ ਸਾਰੀ ਗੱਲਬਾਤ ਦੱਸਾਂਗੇ ਤੇ ਸਰਕਾਰ ਅੱਗੇ ਰੱਖਾਂਗੇ। ਸੁਖਵੀਰ ਸਿੰਘ ਥੂਹੀ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ, ਦਿੱਲੀ।